ਦੋਸਤੋ ਹਾਜ਼ਰ ਹਾਂ ਇੱਕ ਹੋਰ ਵੀਡੀਓ ਰਿਪੋਰਟ ਲੈ ਕੇ ਚੈਨਲ ਰਿਤੇਸ਼ ਲੱਖੀ ਅਨਪਲੱਗ ਦੀ ਮੇਰੀ ਅੱਜ ਇਸ ਵੀਡੀਓ ਰਿਪੋਰਟ ਦੇ ਜ਼ਰੀਏ ਆਪਣੀ ਸੀਰੀਜ਼ ਨੂੰ ਅੱਗੇ ਤੋਰਾਂਗੇ। 3 ਪਾਰਟ ਦੀ ਉਹ ਸੀਰੀਜ਼ ਜਿਸ ਨੂੰ ਕਿ ਮੈਂ ਹੁਣ 4 ਪਾਰਟ ਦੇ ਵਿੱਚ ਐਕਸਟੈਂਡ ਕਰਾਂਗਾ। ਵੀਤੀ ਰਿਪੋਰਟ ਦੇ ਵਿੱਚ ਜ਼ਿਕਰ ਕੀਤਾ ਸੀ ਕਿ ਆਪਾਂ ਅਮਰੀਕਾ ਬੇਸਡ ਕੈਲੀਫੋਰਨੀਆ ਬੇਸਡ ਕ੍ਰਿਮੀਨਲ ਸਿੰਡੀਕੇਟਸ ਦਾ ਜ਼ਿਕਰ ਕਰਾਂਗੇ। ਫਰਜ਼ੀ ਪਛਾਣਾਂ ਦੇ ਜ਼ਰੀਏ ਪਾਸਪੋਰਟ ਬਣਾ ਕੇ ਵੱਡੀ ਗਿਣਤੀ ਦੇ ਵਿੱਚ ਗੈਂਗਸਟਰਾਂ ਦਾ ਪਲਾਇਨ ਪੰਜਾਬ ਤੋਂ ਹੋ ਚੁੱਕਾ ਹੈ। ਕੈਲੀਫੋਰਨੀਆ ਸਟੇਟ ਨੂੰ ਇਹਨਾਂ ਨੇ ਆਪਣਾ ਗੜ ਬਣਾ ਲਿਆ ਹੈ। ਉੱਥੋਂ ਦੇ ਵੱਖ-ਵੱਖ ਸ਼ਹਿਰਾਂ ਦੀ ਕੀ ਸਥਿਤੀ ਹੈ, ਇਸ ਰਿਪੋਰਟ ਨੂੰ ਮੈਂ ਇੱਕ ਹੋਰ ਰਿਪੋਰਟ ਅੱਗੇ ਪਾ ਰਹੇ ਹਾਂ, ਯਾਨੀ ਕਿ ਪੋਸਟਪੋਨ ਕਰਦੇ ਪਏ ਹਾਂ, ਕਿਉਂਕਿ 4 ਪਾਰਟ ਦੀ ਹੁਣ ਬਣ ਚੁੱਕੀ ਇਸ ਸੀਰੀਜ਼ ਦੇ ਵਿੱਚ ਤੀਸਰਾ ਪਾਰਟ ਯਾਨੀ ਕਿ ਅੱਜ ਦੀ ਰਿਪੋਰਟ ਬਹੁਤ ਇੰਪੋਰਟੈਂਟ ਕੜੀ ਹੈ ਜੋ ਕਿ ਅਮਰੀਕਾ ਬੇਸਡ ਗੈਂਗਸਟਰ ਤੇ ਕ੍ਰਿਮੀਨਲਸ ਦੇ ਨਾਲ ਇਸ ਗੱਲਬਾਤ ਨੂੰ ਜੋੜੇਗੀ। ਸੋ ਇਸ ਸੀਰੀਜ਼ ਦੇ ਪਹਿਲੇ ਪਾਰਟ ਦੇ ਵਿੱਚ ਆਪਾਂ ਜੱਸਾ ਹਾਪੋਵਾਲ ਅਤੇ ਜੱਸਾ ਮੋਣੋਵਾਲੀਆ ਦੀ ਗੱਲ ਕੀਤੀ। ਜਲੰਧਰ ਦੇ ਮਾਂ ਧੀ ਦੇ ਡਬਲ ਮਰਡਰ ਜਿਸ ਨੂੰ ਜੱਸਾ ਮੋਣੋਵਾਲੀਆ ਨੇ ਕਰਵਾਇਆ, ਕੁਝ ਹੋਰ ਅਪਰਾਧਿਕ ਵਾਰਦਾਤਾਂ ਦਾ ਜ਼ਿਕਰ ਆਇਆ। ਸੋਨੂ ਖੱਤਰੀ ਗੈਂਗਸਟਰ ਦੇ ਨਾਲ ਇਹਨਾਂ ਦੇ ਲਿੰਕੇजेस, ਸੋਨੂ ਖੱਤਰੀ ਦਾ ਸੁਖਜਿੰਦਰ ਬਾਬੇ ਦੇ ਨਾਲ ਰੌਲਾ, ਆਪਸੀ ਦੁਸ਼ਮਣੀ, ਗੈਂਗਸ ਦਾ ਦਫਾੜ ਹੋਣਾ, ਇਹ ਸਾਰੀਆਂ ਗੱਲਾਂ ਬਾਤਾਂ ਨੂੰ ਆਪਾਂ ਐਗਜ਼ਾਮਿਨ ਕੀਤਾ ਹੈ। ਲੇਕਿਨ ਬਹੁਤ ਸੇ ਕਮੈਂਟਸ ਤੇ ਰਿਮਾਰਕਸ ਦੇ ਵਿੱਚ ਲੋਕਾਂ ਨੇ ਥੋੜੇ ਜਿਹੇ ਹੋਰ ਵੇਰਵੇ ਮੰਗੇ ਨੇ। ਸੋ ਅੱਜ ਦੀ ਰਿਪੋਰਟ ਇੱਕ ਅਜਿਹੀ ਰਿਪੋਰਟ ਹੈ ਜੋ ਕਿ ਉਸ ਕੜੀ ਨੂੰ ਵੀ ਜੋੜੇਗੀ। ਲੇਕਿਨ ਇਹ ਰਿਪੋਰਟ ਬਹੁਤ ਮਹੱਤਵਪੂਰਨ ਇਸ ਵਾਸਤੇ ਹੈ ਕਿਉਂਕਿ ਇਸ ਰਿਪੋਰਟ ਦੇ ਵਿੱਚ ਆਪਾਂ ਕੁਝ ਅਜਿਹੀਆਂ ਘਟਨਾਵਾਂ ਦਾ ਜ਼ਿਕਰ ਕਰਾਂਗੇ ਜੋ ਕਿ ਟਰਨਿੰਗ ਪੁਆਇੰਟ ਸਾਬਤ ਹੋਏ। ਤੇ ਅੱਜ ਮੈਂ ਤੁਹਾਨੂੰ ਇਹ ਦੱਸਣਾ ਚਾਹਾਂਗਾ ਕਿ ਬੇਸ਼ੱਕ ਆਪਾਂ ਨਵਾਂ ਸ਼ਹਿਰ ਗੈਂਗਸ ਦੇ ਉੱਤੇ ਇਸ ਸੀਰੀਜ਼ ਨੂੰ ਆਧਾਰਿਤ ਰੱਖਿਆ ਹੈ, ਲੇਕਿਨ ਐਸੈਂਸ਼ੀਅਲੀ ਆਪਾਂ ਜਿਹੜੀ ਪਹਿਲੀ 2 ਰਿਪੋਰਟਾਂ ਦੇ ਵਿੱਚ ਤੇ ਅੱਜ ਆਪਾਂ ਤੀਸਰੀ ਰਿਪੋਰਟ ਦੇ ਵਿੱਚ ਵੀ ਗੱਲ ਕਰਾਂਗੇ, ਉਹ ਗੱਲਬਾਤ ਮੋਣੋਵਾਲ ਪਿੰਡ ਜੋ ਕਿ ਬਲਾਚੌਰ ਤੋਂ ਕੁਝ ਕਿਲੋਮੀਟਰ ਦੂਰ ਪਿੰਡ ਹੈ। ਮੋਣੋਵਾਲੀਆ ਜਿਹੜਾ ਗੈਂਗ ਮੰਨਿਆ ਜਾਂਦਾ ਹੈ ਜੋ ਕਿ ਨਵਾਂ ਸ਼ਹਿਰੀਆ ਗੈਂਗ ਦੇ ਐਂਟੀ ਗੈਂਗ ਰਿਹਾ ਹੈ। ਪਿਛਲੇ ਤਕਰੀਬਨ 20-25 ਸਾਲਾਂ ਤੋਂ ਮੋਣੋਵਾਲੀਆ ਅਤੇ ਨਵਾਂ ਸ਼ਹਿਰੀਆ ਗੈਂਗਸ ਦੇ ਵਿੱਚ ਆਪਸੀ ਦੁਸ਼ਮਣੀ ਚੱਲਦੀ ਆ ਰਹੀ ਹੈ। ਇੱਕ ਦੂਸਰੇ ਦੇ ਮੈਂਬਰਾਂ ਨੂੰ, ਗਰੁੱਪ ਦੇ ਮੈਂਬਰਾਂ ਨੂੰ ਦੇ ਨਾਲ ਮਾਰ-ਕੁੱਟ ਕਰਨਾ, ਉਹਨਾਂ ਨੂੰ ਨਿਸ਼ਾਨਾ ਬਣਾਉਣਾ, ਇਹ ਪਿਛਲੇ ਕਈ ਦਹਾਕਿਆਂ ਤੋਂ ਚੱਲਣ ਵਾਲਾ ਫਿਨੋਮੀਨਨ ਹੈ। ਮੋਣੋਵਾਲ ਤੇ ਇਸ ਦੇ ਆਸ-ਪਾਸ ਦੇ ਪਿੰਡਾਂ ਦੇ ਉਹ ਲੋਕ ਜੋ ਕਿ ਨਵਾਂ ਸ਼ਹਿਰੀਆ ਗੈਂਗ ਦੇ ਐਂਟੀ ਹੋਇਆ ਕਰਦੇ ਸੀ, ਉਹ ਮੋਣੋਵਾਲੀਆ ਗੈਂਗ ਦੀ ਛਤਰੀ ਦੇ ਹੇਠ ਹੀ ਆਪਰੇਟ ਕਰਦੇ ਰਹੇ ਤੇ ਸੋਨੂ ਖੱਤਰੀ ਵੀ ਆਪਣੇ ਆਪ ਨੂੰ ਮੋਣੋਵਾਲੀਆ ਗੈਂਗ ਦੇ ਵਿੱਚ ਹੀ ਆਇਡੈਂਟੀਫਾਈ ਕਰਦਾ ਰਿਹਾ। ਇੱਥੇ ਤੁਹਾਨੂੰ ਅਪਡੇਟ ਦੇ ਦਈਏ ਕਿ ਦੂਸਰਾ ਪਾਰਟ ਪ੍ਰਸਾਰਿਤ ਹੋਣ ਤੋਂ ਬਾਅਦ ਸੋਨੂ ਖੱਤਰੀ ਨੇ ਅਮਰੀਕਾ ਤੋਂ ਮੈਨੂੰ ਕਾਲ ਆਇਆ। ਸੋਨੂ ਖੱਤਰੀ ਨੇ ਇਸ ਰਿਪੋਰਟ, ਜਿਹੜੀਆਂ 2 ਰਿਪੋਰਟਾਂ ਦਾ ਮੈਂ ਜ਼ਿਕਰ ਕੀਤਾ ਸੀ, ਉਹਨਾਂ ਰਿਪੋਰਟਾਂ ਬਾਰੇ ਕੁਝ ਗੱਲਾਂ ਬਾਤਾਂ ਕਹੀਆਂ ਜਿਨ੍ਹਾਂ ਦਾ ਕਿ ਮੈਂ ਇੱਥੇ ਜ਼ਿਕਰ ਕਰਨਾ ਚਾਹਾਂਗਾ ਜੋ ਕਿ ਸੋਨੂ ਖੱਤਰੀ ਦਾ ਪੱਖ ਹੈ। ਸੋਨੂ ਖੱਤਰੀ ਦਾ ਇਹ ਕਹਿਣਾ ਸੀ ਕਿ ਨਵਾਂ ਸ਼ਹਿਰ ਦੇ CIA ਥਾਣੇ ਉੱਤੇ ਗ੍ਰੇਨੇਡ ਬੰਬ ਹਮਲਾ ਜਿਹੜਾ ਕੀਤਾ ਗਿਆ ਜਿਸ ਵਿੱਚ ਹਰਵਿੰਦਰ ਰਿੰਦਾ ਮਾਸਟਰਮਾਈਂਡ ਸੀ, ਸੋਨੂ ਖੱਤਰੀ ਨਾਮਜ਼ਦ ਹੈ। ਉਸ ਪੂਰੀ ਦੀ ਪੂਰੀ ਘਟਨਾ ਦੇ ਨਾਲ ਸੋਨੂ ਖੱਤਰੀ ਜਾਂ ਉਸਦੇ ਕਿਸੇ ਵੀ ਗੈਂਗ ਮੈਂਬਰ ਦਾ ਕੁਝ ਲੈਣਾ ਦੇਣਾ ਨਹੀਂ ਹੈ। ਇਹ ਸੋਨੂ ਖੱਤਰੀ ਦਾ ਸਪਸ਼ਟੀਕਰਨ ਆਇਆ ਹੈ। ਮੇਰੇ ਨਾਲ ਗੱਲਬਾਤ ਦੌਰਾਨ ਆਪਣੇ ਸਪਸ਼ਟੀਕਰਨ ਦੇ ਵਿੱਚ ਸੋਨੂ ਖੱਤਰੀ ਨੇ ਉਸ ਵਕਤ DSP D ਰਹੇ ਹਰਜੀਤ ਸਿੰਘ ਨਾਂ ਦੇ ਇੱਕ ਅਧਿਕਾਰੀ ਵੱਲੋਂ ਵੀ ਉਸ ਨੂੰ ਯਾਨੀ ਕਿ ਸੋਨੂ ਖੱਤਰੀ ਨੂੰ CIA ਉੱਤੇ ਹੋਏ ਗ੍ਰੇਨੇਡ ਹਮਲੇ ਦੇ ਇਸ ਮਾਮਲੇ ਦੇ ਵਿੱਚ ਇੰਪਲੀਕੇਟ ਕਰਨ ਦੇ ਇਲਜ਼ਾਮ ਲਾਏ। ਉਸ ਦਾ ਇਹ ਕਹਿਣਾ ਸੀ ਕਿ ਹਰਵਿੰਦਰ ਰਿੰਦੇ ਤੇ ਉਸ ਦੇ ਕਿਸੇ ਵੀ ਗੈਂਗ ਮੈਂਬਰ ਦੇ ਨਾਲ ਸੋਨੂ ਖੱਤਰੀ ਜਾਂ ਉਸ ਦੇ ਕਿਸੇ ਗੈਂਗ ਮੈਂਬਰ ਦਾ ਦੂਰ ਦੂਰ ਤੱਕ ਲੈਣਾ ਦੇਣਾ ਨਹੀਂ। ਇਹ ਸਾਰੇ ਦੇ ਸਾਰੇ ਸੋਨੂ ਖੱਤਰੀ ਦੇ ਦਾਅਵੇ ਨੇ। ਇਸ ਤੋਂ ਇਲਾਵਾ ਸੋਨੂ ਖੱਤਰੀ ਨੇ ਕਿਹਾ ਕਿ ਕੋਈ ਨਜਾਇਜ਼ ਕੰਮ ਨਹੀਂ ਕਰਦਾ। ਉਸਨੇ ਕਿਹਾ ਕਿ ਕੋਈ ਕਾਰ ਸਨੈਚਿੰਗ, ਕੋਈ ਫਰੋਤੀਆਂ ਦੀਆਂ ਵਾਰਦਾਤਾਂ, ਬੇਕਸੂਰਾਂ ਨੂੰ ਮਾਰਨਾ ਉਸਦਾ ਕੰਮ ਨਹੀਂ ਹੈ। ਜਿਹੜੇ ਵੀ ਝਗੜੇ, ਜਿਹੜੇ ਵੀ ਕਤਲ, ਜਿਹੜੀਆਂ ਵੀ ਵਾਰਦਾਤਾਂ ਸੋਨੂ ਖੱਤਰੀ ਜਾਂ ਉਸਦੇ ਗੈਂਗ ਮੈਂਬਰਾਂ ਦੇ ਉੱਤੇ ਐਟਰੀਬਿਊਟ ਕੀਤੀਆਂ ਜਾ ਰਹੀਆਂ ਨੇ ਜਾਂ ਉਹਨਾਂ ਵੱਲੋਂ ਕਰਵਾਈਆਂ ਗਈਆਂ, ਉਹ ਆਪਣੇ ਯਾਰਾਂ, ਦੋਸਤਾਂ, ਭਰਾਵਾਂ ਦੇ ਬਦਲੇ ਲਏ ਜਾ ਰਹੇ ਨੇ। ਸੋ ਇਹ ਰੰਜਿਸ਼ਾਂ ਹੈਗੀਆਂ ਨੇ ਜੋ ਕਿ ਪੁਰਾਣੀਆਂ ਰੰਜਿਸ਼ਾਂ ਚੱਲਦੀਆਂ ਆ ਰਹੀਆਂ ਨੇ ਤੇ ਅੱਜ ਇਸ ਰਿਪੋਰਟ ਦੇ ਵਿੱਚ ਇਸੇ ਰੰਜਿਸ਼ ਨੂੰ ਟਰੈਕ ਕਰਨ ਦੀ ਵੀ ਮੇਰੀ ਕੋਸ਼ਿਸ਼ ਰਹੇਗੀ ਕਿਉਂਕਿ ਪਿਛਲੇ 10-12 ਸਾਲ ਤੋਂ ਇੱਕ ਅਜਿਹੀ ਸਥਿਤੀ ਜਿਸ ਦੇ ਵਿੱਚ ਕਿ ਨਵਾਂ ਸ਼ਹਿਰੀਆ ਅਤੇ ਮੋਣੋਵਾਲੀਆ ਗੈਂਗਸ ਦੇ ਵਿੱਚ ਇੱਕ ਤਕਰਾਰ ਚੱਲਦੀ ਪਈ ਹੋਵੇ ਤੇ ਪਿਛਲੇ 4 ਸਾਲਾਂ ਤੋਂ ਮੋਣੋਵਾਲੀਆ ਗੈਂਗ ਹੀ ਦਫਾੜ ਹੋ ਗਿਆ ਹੋਵੇ। ਇੱਕ ਪਾਸੇ ਸੋਨੂ ਖੱਤਰੀ ਤੇ ਇੱਕ ਪਾਸੇ ਸੁਖਜਿੰਦਰ ਬਾਬਾ, ਆਪਾਂ ਜ਼ਿਕਰ ਕਰ ਚੁੱਕੇ ਹਾਂ। ਲੇਕਿਨ ਇਸ ਪੂਰੀ ਘਟਨਾ ਚੱਕਰ ਦੇ ਵਿੱਚ ਇੱਕ ਅਜਿਹਾ ਮਹੀਨਾ ਫਰਵਰੀ 2020 ਦਾ ਮਹੀਨਾ ਬੜਾ ਇੰਪੋਰਟੈਂਟ ਹੈ। 7 ਫਰਵਰੀ ਤੋਂ 17 ਫਰਵਰੀ ਤੱਕ ਦਾ ਘਟਨਾਕ੍ਰਮ ਜਿਸਨੇ ਕਿ ਸਥਿਤੀ ਨੂੰ ਬਦਲਤਾ, ਇੱਕ ਟਰਨਿੰਗ ਪੁਆਇੰਟ ਸੀ ਤੇ ਇਸ ਟਰਨਿੰਗ ਪੁਆਇੰਟ ਦੇ ਕੇਂਦਰ ਦੇ ਉੱਤੇ ਸਨ 2 ਕਬੱਡੀ ਦੇ ਟੂਰਨਾਮੈਂਟ ਜੋ ਕਿ ਆਯੋਜਿਤ ਹੀ ਨਹੀਂ ਕੀਤੇ ਗਏ। ਆਪਾਂ ਕੁਝ ਹਫ਼ਤੇ ਪਹਿਲਾਂ ਰਿਪੋਰਟ ਕੀਤੀ ਸੀ ਭਾਗੋ ਮਾਜਰੇ ਦੇ ਕਬੱਡੀ ਟੂਰਨਾਮੈਂਟ ਉੱਤੇ ਜਿਸ ਦਾ ਜ਼ਿਕਰ ਸਿੱਧੂ ਮੂਸੇਵਾਲਾ ਅਤੇ ਲਾਰੈਂਸ ਬਿਸ਼ਨੋਈ ਦਾ ਆਪਸ ਦੇ ਵਿੱਚ ਜਿਹੜਾ ਬੀਫ ਵਧਿਆ ਉਸ ਦੇ ਸੰਦਰਭ ਦੇ ਵਿੱਚ ਆਇਆ। ਸੋ ਉਹ ਟੂਰਨਾਮੈਂਟ ਜਿਹੜਾ ਭਾਗੋ ਮਾਜਰੇ ਦਾ ਸੀ ਮਾਰਚ 2020 ਦੌਰਾਨ ਆਰਗੇਨਾਈਜ਼ ਕੀਤਾ ਗਿਆ। ਲੇਕਿਨ ਉਸ ਤੋਂ ਠੀਕ 1 ਮਹੀਨਾ ਪਹਿਲਾਂ ਫਰਵਰੀ 2020 ਦੇ ਵਿੱਚ 7 ਫਰਵਰੀ ਨੂੰ ਇੱਕ ਟੂਰਨਾਮੈਂਟ, ਕਬੱਡੀ ਦਾ ਟੂਰਨਾਮੈਂਟ ਆਯੋਜਿਤ ਕੀਤਾ ਜਾਣਾ ਹੁੰਦਾ ਹੈ। ਹੁਣ ਇੱਥੇ ਇਸ ਚੀਜ਼ ਦਾ ਜ਼ਿਕਰ ਕਰਨਾ ਬਹੁਤ ਹੀ ਜ਼ਿਆਦਾ ਲਾਜ਼ਮੀ ਹੈ ਕਿ ਕਬੱਡੀ ਟੂਰਨਾਮੈਂਟ ਜਿਹੜੇ ਨਵਾਂ ਸ਼ਹਿਰ ਦੇ ਵਿੱਚ ਆਯੋਜਿਤ ਹੁੰਦੇ ਰਹੇ, ਖਾਸ ਕਰਕੇ 2019 ਦਾ ਕਬੱਡੀ ਟੂਰਨਾਮੈਂਟ ਜੋ ਕਿ ਸ਼ਹਿਰ ਦੇ ਵਿੱਚ ਸਾਰੀਆਂ ਧਿਰਾਂ ਨੇ ਰਲ ਕੇ ਕਰਾਇਆ। ਆਪਾਂ ਜ਼ਿਕਰ ਕੀਤਾ ਕਿ 2019 ਤੱਕ ਸੋਨੂ ਖੱਤਰੀ ਤੇ ਸੁਖਜਿੰਦਰ ਬਾਬਾ ਜੋ ਕਿ ਦੋਵੇਂ
ਮੋਨੋਵਾਲੀਆ ਗੈਂਗ ਦੇ ਨਾਲ ਜੁੜੇ ਹੋਏ ਸਨ। ਮੋਨੋਵਾਲੀਆ ਗੈਂਗ ਦੀ ਛਤਰੀ ਦੇ ਹੇਠ ਹੀ ਸਾਰਾ ਦਾ ਸਾਰਾ ਗਰੁੱਪ ਆਪਰੇਟ ਕਰਦਾ ਸੀ ਤੇ ਸਾਰੇ ਇਕੱਠੇ ਸਨ, ਆਪਸ ਦੇ ਵਿੱਚ ਕੋਈ ਦੁਸ਼ਮਣੀ ਇਹਨਾਂ ਦੀ ਨਹੀਂ ਸੀ। ਇਹਨਾਂ ਦਾ ਜਿਹੜਾ ਰੌਲਾ ਸੀ, ਕਿਉਂਕਿ ਕੁਝ ਲੋਕਾਂ ਨੇ ਰਿਮਾਰਕਸ ਤੇ ਕਮੈਂਟਸ ਦੇ ਵਿੱਚ ਡਿਟੇਲਸ ਵੀ ਮੰਗੀਆਂ ਨੇ, ਮੋਟਾ ਜਿਹੜਾ ਮੋਨੋਵਾਲੀਆ ਗੈਂਗ ਸੀ ਉਹ ਨਵਾਂ ਸ਼ਹਿਰੀਆ ਗੈਂਗ ਦੇ ਖਿਲਾਫ ਸੀ ਤੇ ਨਵਾਂ ਸ਼ਹਿਰੀਆ ਗੈਂਗ ਦੇ ਵਿੱਚ ਇੱਕ ਬਲਕਾਰ ਸਿੰਘ ਨਾਂ ਦਾ ਵਿਅਕਤੀ ਆਂਦਾ ਹੈ ਜੋ ਕਿ ਇਸ ਵਕਤ ਇੰਗਲੈਂਡ ਦੇ ਵਿੱਚ ਹੈ। ਕਾਫੀ ਸੱਟਾਂ ਉਸਨੂੰ ਕੁਝ ਸਾਲ ਪਹਿਲਾਂ ਮਾਰੀਆਂ ਗਈਆਂ, ਇੱਕ ਕਾਫੀ ਕ੍ਰਿਟੀਕਲ ਲੈਵਲ ਦੇ ਉੱਤੇ ਹੋ ਰਿਹਾ। ਇਸ ਤੋਂ ਇਲਾਵਾ ਜੀਤੀ ਮਹਿੰਦਪੁਰੀਆ ਤੇ ਉਸਦਾ ਭਰਾ ਗੋਗੀ, ਇਹਨਾਂ ਦੇ ਨਾਲ ਦਾ ਇੱਕ ਗਰੁੱਪ ਸੀ ਜੋ ਕਿ ਮੋਨੋਵਾਲੀਆ ਗੈਂਗ, ਜਿਸ ਵਿੱਚ ਸੋਨੂ ਖੱਤਰੀ, ਸੁਖਜਿੰਦਰ ਬਾਬਾ ਇਹ ਸਾਰੇ ਦੇ ਸਾਰੇ ਆਂਦੇ ਸਨ। ਲੇਕਿਨ 2019 ਆਉਂਦਿਆਂ ਇਹਨਾਂ ਦੇ ਆਪਸ ਦੇ ਡਿਫਰੈਂਸਿਸ ਵਧਣ ਦਾ ਇੱਕ ਕਾਰਨ ਸੀ ਕਿ ਨਜਾਇਜ਼ ਸ਼ਰਾਬ ਦਾ ਜਾਂ ਸ਼ਰਾਬ ਦਾ ਕਾਰੋਬਾਰ। ਐਸ ਪਰ ਸੋਨੂ ਖੱਤਰੀ ਉਸਨੇ ਜਾਇਜ਼ ਤੌਰ ਤੇ ਉੱਤੇ ਯਾਨੀ ਕਿ ਲੀਗਲ ਠੇਕੇ ਉਸਦੇ ਸਨ। ਉਹ ਰਾਹੋਂ ਅਤੇ ਨਵਾਂ ਸ਼ਹਿਰ ਦੇ ਇਲਾਕੇ ਦੇ ਵਿੱਚ ਕੁਝ ਠੇਕੇ ਰਨ ਕਰਦਾ ਸੀ, ਆਪਰੇਟ ਕਰਦਾ ਸੀ। ਉਸਦੇ ਵਿੱਚ ਕੋਈ ਵੀ ਗੈਰ ਕਾਨੂੰਨੀ ਗੱਲਬਾਤ ਨਹੀਂ ਸੀ। ਲੇਕਿਨ ਇਹ ਚੀਜ਼ਾਂ ਵੀ ਬਹੁਤ ਵੈਲ ਡਾਕੂਮੈਂਟਡ ਹੈਗੀਆਂ ਨੇ ਕਿ ਸੋਨੂ ਖੱਤਰੀ ਨਜਾਇਜ਼ ਸ਼ਰਾਬ ਦਾ ਵੀ ਕਾਰੋਬਾਰ ਕਰਦਾ ਰਿਹਾ ਹੈ ਤੇ ਨਸ਼ੇ ਦੀ ਤਸਕਰੀ, ਡਰੱਗਸ ਦੀ ਸਮਗਲਿੰਗ ਦੇ ਵਿੱਚ ਵੀ ਇਨਵੋਲਵ ਰਿਹਾ ਹੈ। ਸੋਨੂ ਖੱਤਰੀ ਤੇ ਸੁਖਜਿੰਦਰ ਬਾਬੇ ਹੋਰਾਂ ਵੱਲੋਂ ਟੂਰਨਾਮੈਂਟ ਸਾਂਝੇ ਲੈਵਲ ਤੇ ਆਯੋਜਿਤ ਹੁੰਦੇ ਰਹੇ। 2019 ਦੇ ਵਿੱਚ ਇੱਕ ਟੂਰਨਾਮੈਂਟ ਆਯੋਜਿਤ ਕੀਤਾ ਗਿਆ ਸੀ ਨਵਾਂ ਸ਼ਹਿਰ ਦੇ ਵਿੱਚ, ਜੋ ਕਿ ਬਹੁਤ ਹੀ ਸਕਸੈਸਫੁਲ ਸ਼ੋ ਰਿਹਾ। 2019 ਦੇ ਇਸ ਬੇहद ਕਾਮਯਾਬ ਕਬੱਡੀ ਟੂਰਨਾਮੈਂਟ ਤੋਂ ਬਾਅਦ 2020 ਦੇ ਵਿੱਚ ਜਦੋਂ ਕਬੱਡੀ ਟੂਰਨਾਮੈਂਟ ਦਾ ਆਯੋਜਨ ਕਰਨ ਦਾ ਮੌਕਾ ਆਇਆ, ਆਪਸ ਦੇ ਵਿੱਚ ਮੋਨੋਵਾਲੀਆ ਗੈਂਗ ਹੀ ਆਪਾਂ ਇਸ ਨੂੰ ਕਹਾਂਗੇ, ਗਰੁੱਪ ਇਕੱਠਾ ਸੀ, ਸਾਰੇ ਇਕੱਠੇ ਸੀ, ਉਹਨਾਂ ਦੇ ਵਿੱਚ ਵਖਰੇਵੇਂ ਵੱਧ ਗਏ। ਫੰਡਿੰਗ ਜਿਹੜੀ ਜ਼ਿਆਦਾ ਇਹਨਾਂ ਕਬੱਡੀ ਟੂਰਨਾਮੈਂਟਸ ਨੂੰ ਆਯੋਜਿਤ ਕਰਨ, ਉਸ ਦੇ ਵਿੱਚ ਇਨਾਮ ਦੇ ਵਿੱਚ ਦਿੱਤੇ ਜਾਣ ਵਾਲੇ, ਚਾਹੇ ਉਹ ਕੈਸ਼ ਪ੍ਰਾਈਜ਼ ਹੋਣ ਜਾਂ ਫਿਰ ਕਿਸੇ ਵੀ ਫਾਰਮ ਦੇ ਪ੍ਰਾਈਜ਼ ਹੋਣ ਜਾਂ ਫਿਰ ਉਸ ਟੂਰਨਾਮੈਂਟ ਦੇ ਆਯੋਜਨ ਦੇ ਵਿੱਚ ਆਉਣ ਵਾਲਾ ਖਰਚਾ, ਵੱਡੇ ਸਿੰਗਰਾਂ ਨੂੰ ਸੱਦਣ ਦਾ ਜਿਹੜਾ ਖਰਚਾ ਸੀ, ਇਹ ਸਾਰਾ ਦਾ ਸਾਰਾ ਖਰਚਾ ਅਮਰੀਕਾ ਤੋਂ ਬੈਠ ਕੇ ਉਹ ਲੋਕ ਫੰਡ ਕਰਦੇ ਸਨ ਜੋ ਕਿ ਮੋਨੋਵਾਲੀਆ ਗੈਂਗ ਦੇ ਨਾਲ ਜੁੜੇ ਹੋਏ ਸਨ। ਮੈਂ ਇਹ ਨਹੀਂ ਕਹਾਂਗਾ ਕਿ ਉਹ ਲੋਕ ਸਾਰੇ ਦੇ ਸਾਰੇ ਕ੍ਰਿਮੀਨਲ ਸੀ, ਲੇਕਿਨ ਬਹੁਤ ਸੇ ਅਜਿਹੇ ਨੌਜਵਾਨ ਜੋ ਕਿ ਬਲਾਚੌਰ, ਨਵਾਂ ਸ਼ਹਿਰ, ਜਲੰਧਰ ਦੇ ਇਲਾਕੇ ਤੋਂ, ਹੁਸ਼ਿਆਰਪੁਰ ਦੇ ਇਲਾਕੇ ਤੋਂ ਵਿਦੇਸ਼ ਦੇ ਵਿੱਚ, ਖਾਸ ਕਰਕੇ ਅਮਰੀਕਾ, ਕੈਲੀਫੋਰਨੀਆ ਆਧਾਰਿਤ ਹੈਗੇ ਨੇ, ਉਹਨਾਂ ਵੱਲੋਂ ਇਹਨਾਂ ਟੂਰਨਾਮੈਂਟਸ ਦੀ ਫੰਡਿੰਗ ਕੀਤੀ ਜਾਂਦੀ ਸੀ। ਹੁਣ 7 ਫਰਵਰੀ 2020 ਨੂੰ ਜਿਹੜਾ ਆਯੋਜਿਤ ਕੀਤਾ ਜਾਣ ਵਾਲਾ ਪ੍ਰੋਗਰਾਮ ਯਾਨੀ ਕਿ ਕਬੱਡੀ ਟੂਰਨਾਮੈਂਟ ਸੀ ਨਵਾਂ ਸ਼ਹਿਰ ਦੇ ਵਿੱਚ, ਉਸ ਦੀ ਜਿਹੜੀ ਫੰਡਿੰਗ ਕੀਤੀ ਗਈ ਸੀ ਉਹ ਸੋਨੂ ਖੱਤਰੀ ਤੇ ਉਸਦੇ ਸਾਥੀਆਂ ਵੱਲੋਂ ਕੀਤੀ ਗਈ ਸੀ। ਇਹ ਦੱਸਿਆ ਜਾਂਦਾ ਹੈ, ਇਹ ਸੋਨੂ ਖੱਤਰੀ ਦਾ ਆਪਣਾ ਵੀ ਦਾਅਵਾ ਹੈ ਕਿ 25-30 ਲੱਖ ਰੁਪਏ ਇਕੱਠਾ ਕਰਕੇ ਇਸ ਟੂਰਨਾਮੈਂਟ ਦੇ ਆਯੋਜਨ ਲਈ ਭੇਜਿਆ ਗਿਆ। ਲੇਕਿਨ ਇਸ ਟੂਰਨਾਮੈਂਟ ਜਿਸਨੇ 7 ਫਰਵਰੀ ਤੋਂ ਸ਼ੁਰੂ ਹੋਣਾ ਸੀ, ਉਸ ਤੋਂ ਕੁਝ ਹੀ ਦਿਨ ਪਹਿਲਾਂ ਇਸ ਦੇ ਆਯੋਜਨ ਦੀ ਜਿਹੜੀ ਪਰਮਿਸ਼ਨ ਐਡਮਿਨਿਸਟ੍ਰੇਸ਼ਨ ਵੱਲੋਂ ਦਿੱਤੀ ਗਈ ਸੀ, ਉਸ ਨੂੰ ਕੈਂਸਲ ਕਰਤਾ ਗਿਆ। ਹੁਣ ਇਲਜ਼ਾਮ ਇਹ ਲੱਗਦਾ ਰਿਹਾ ਕਿ ਜਿਹੜੇ ਸਥਾਨਕ ਵਿਧਾਇਕ ਸਨ ਅੰਗਦ ਸਿੰਘ, ਉਹਨਾਂ ਦੀ ਇਨਵੋਲਵਮੈਂਟ ਤੇ ਉੱਥੋਂ ਦੇ ਪ੍ਰਸ਼ਾਸਨ ਉੱਤੇ ਦਬਾਅ ਦੇ ਚੱਲਦੇ ਹੀ ਇਹ ਟੂਰਨਾਮੈਂਟ ਸੋਨੂ ਖੱਤਰੀ ਤੇ ਉਸ ਦੇ ਜਿਹੜੇ ਹੋਰ ਸਾਥੀ ਸੀ ਉਹ ਕਰਾ ਨਹੀਂ ਪਾਏ। ਕਰਨ ਔਜਲਾ ਦੀ ਪਰਫਾਰਮੈਂਸਸ ਵਿੱਚ ਹੋਣੀ ਸੀ, ਪੂਰਾ ਦਾ ਪੂਰਾ ਟੂਰਨਾਮੈਂਟ ਕੈਂਸਲ ਕਰਤਾ ਗਿਆ। ਹੁਣ ਇੱਕ ਪਾਸੇ ਤਾਂ 7 ਫਰਵਰੀ ਦਾ ਟੂਰਨਾਮੈਂਟ ਜਿਸ ਨੂੰ ਕਿ ਸੋਨੂ ਖੱਤਰੀ ਤੇ ਉਸਦੇ ਸਾਥੀਆਂ ਵੱਲੋਂ ਫਾਈਨਾਂਸ ਕੀਤਾ ਗਿਆ ਸੀ, ਉਸ ਨੂੰ ਰੱਦ ਕਰਤਾ ਗਿਆ, ਕੈਂਸਲ ਕਰਤਾ ਗਿਆ। ਲੇਕਿਨ 10 ਦਿਨ ਬਾਅਦ ਹੀ ਇੱਕ ਹੋਰ ਪੈਰਲਲ ਕਬੱਡੀ ਟੂਰਨਾਮੈਂਟ ITI ਗਰਾਊਂਡ ਦੇ ਵਿੱਚ ਰੱਖ ਲਿਆ ਗਿਆ ਤੇ ਇਸ ਟੂਰਨਾਮੈਂਟ ਦੀ ਸਰਪ੍ਰਸਤੀ ਕੀਤੀ ਅੰਗਦ ਸਿੰਘ ਜੋ ਕਿ ਸਥਾਨਕ ਵਿਧਾਇਕ ਸਨ। ਇਸ ਟੂਰਨਾਮੈਂਟ ਦੇ ਆਯੋਜਕਾਂ ਦੇ ਵਿੱਚ ਉਹ ਸਾਰੇ ਦੇ ਸਾਰੇ ਨਾਂ ਸ਼ਾਮਲ ਸਨ, ਉਹ ਸਾਰੇ ਦੇ ਸਾਰੇ ਚਿਹਰੇ ਜਿਨ੍ਹਾਂ ਦਾ ਆਪਾਂ ਜ਼ਿਕਰ ਆਪਣੀ ਪਿਛਲੀ ਰਿਪੋਰਟ ਦੇ ਵਿੱਚ ਕੀਤਾ, ਸੁਖਜਿੰਦਰ ਬਾਬਾ, ਮੱਖਣ ਕੰਗ, ਹੀਮੇ ਦਾ ਮਟਰੂ, ਲਖਵਿੰਦਰ ਮਟਰੂ, ਇਹਨਾਂ ਸਭ ਦੀਆਂ ਤਸਵੀਰਾਂ ਤੇ ਇਹਨਾਂ ਦੇ ਨਾਲ ਦਰਜਨਾਂ ਹੋਰ ਅਜਿਹੇ ਜਿਹੜੇ ਆਰਗੇਨਾਈਜ਼ਰ ਸੀ, ਉਹਨਾਂ ਦੀ ਭੂਮਿਕਾ ਦੇ ਵਿੱਚ ਤਸਵੀਰਾਂ ਇਹਨਾਂ ਪੋਸਟਰਾਂ ਦੇ ਉੱਤੇ ਅੰਗਦ ਸਿੰਘ ਦੇ ਨਾਲ ਦੇਖੀਆਂ ਗਈਆਂ। ਤੇ ਇਸ ਪ੍ਰੋਗਰਾਮ ਦੇ ਵਿੱਚ ਕਰਨ ਔਜਲਾ ਦੀ ਥਾਂ ਜਿਹੜਾ ਮੁੱਖ ਪਰਫਾਰਮਰ ਸੱਦਿਆ ਗਿਆ ਸੀ ਉਹ ਸੀ ਸਿੱਧੂ ਮੂਸੇਵਾਲਾ। ਇਸ ਪੋਸਟਰ ਦੇ ਵਿੱਚ ਸਿੱਧੂ ਮੂਸੇਵਾਲਾ ਦੀ ਤਸਵੀਰ ਲਾਈ ਗਈ। ਹੁਣ ਤੁਸੀਂ ਦੇਖਿਆ ਕਿ 10 ਦਿਨ ਯਾਨੀ ਕਿ 7 ਫਰਵਰੀ ਤੋਂ ਲੈ ਕੇ 17 ਫਰਵਰੀ 2020 ਦੇ ਵਿੱਚ ਦੋ ਜਿਹੇ ਟੂਰਨਾਮੈਂਟ ਆਯੋਜਿਤ ਹੋਏ ਜੋ ਕਿ ਇਸੇ ਮੋਨੋਵਾਲੀਆ ਗਰੁੱਪ ਦੇ ਗੈਂਗ ਦੇ ਦੁਫਾੜ ਹੋਏ ਮੈਂਬਰਾਂ ਵੱਲੋਂ ਹੀ ਜਾਂ ਉਹਨਾਂ ਵੱਲੋਂ ਫਾਈਨਾਂਸ ਕੀਤੇ ਜਾ ਰਹੇ ਸਨ। ਇੱਕ ਟੂਰਨਾਮੈਂਟ ਅਜਿਹਾ ਸੀ ਜਿਸ ਦੇ ਪਿੱਛੇ ਵਿਧਾਇਕ ਜੋ ਕਿ ਉਸ ਵਕਤ ਰਸੂਖਦਾਰ, ਆਪਾਂ 2020 ਦੀ ਗੱਲ ਕਰ ਰਹੇ, ਕਾਂਗਰਸ ਦੀ ਸਰਕਾਰ ਸੀ, ਅੰਗਦ ਸਿੰਘ ਇੱਕ ਬਹੁਤ ਹੀ ਸ਼ਕਤੀਸ਼ਾਲੀ ਤੇ ਪਾਵਰਫੁਲ ਵਿਧਾਇਕ ਮੰਨੇ ਗਏ ਨੇ, ਆਪਣੇ ਇਲਾਕੇ ਦੇ ਦਬੰਗ ਵਿਧਾਇਕ ਮੰਨੇ ਗਏ ਨੇ। ਸੋ ਉਸ ਤਰੀਕੇ ਦੇ ਇੱਕ ਦਬੰਗ ਵਿਧਾਇਕ ਦੀ ਰਹਿਨੁਮਾਈ ਹੇਠ ਇਹ 17 ਫਰਵਰੀ ਦਾ ਆਯੋਜਨ ਹੋਣ ਜਾ ਰਿਹਾ ਸੀ। ਲੇਕਿਨ ਸੋਨੂ ਖੱਤਰੀ ਨੂੰ ਇਹ ਨਾਕਾਬਿਲੇ ਬਰਦਾਸ਼ਤ ਸੀ। ਉਹ ਟੂਰਨਾਮੈਂਟ ਜੋ ਕਿ ਉਹ ਤੇ ਉਸ ਦੇ ਫਾਈਨਾਂਸਰ ਤੇ ਫੰਡਰਸ ਵੱਲੋਂ ਆਰਗੇਨਾਈਜ਼ ਨਹੀਂ ਕੀਤਾ ਜਾ ਸਕਿਆ, ਜਿਸ ਵਿੱਚ ਕਰਨ ਔਜਲਾ ਨੇ ਆਣਾ ਸੀ, 17 ਫਰਵਰੀ ਦਾ ਟੂਰਨਾਮੈਂਟ ਨਹੀਂ ਸੀ ਹੋਣ ਦੇਣਾ ਚਾਹੁੰਦਾ। ਇਸੇ ਕਰਕੇ 16 ਫਰਵਰੀ ਦੀ ਰਾਤ, ਉਸ ਵਕਤ ਜਦੋਂ ਕਿ ITI ਗਰਾਊਂਡ ਦੇ ਵਿੱਚ ਤਿਆਰੀਆਂ ਦਾ ਜਾਇਜ਼ਾ ਲੈ ਕੇ ਸਾਰੇ ਦੇ ਸਾਰੇ ਜਿਹੜੀ ਆਰਗੇਨਾਈਜ਼ਿੰਗ ਪਾਰਟੀ ਸੀ, ਉਸ ਦੇ ਵਿੱਚ ਸੁਖਜਿੰਦਰ ਬਾਬੇ ਵਗੈਰਾ ਦੇ ਗਰੁੱਪ ਸੀ, ਇਹ ਵਾਪਸ ਜਾ ਰਹੇ ਸੀ। ਮੱਖਣ ਕੰਗ ਨੂੰ ਟਾਰਗੇਟ ਕਰਨ ਦੀ ਨੀਅਤ ਦੇ ਨਾਲ ਇੱਕ ਹਮਲਾ ਕਰਵਾਇਆ ਗਿਆ। ਇਹ ਹਮਲਾ ਸੋਨੂ ਖੱਤਰੀ ਦੇ ਗੈਂਗਸਟਰਾਂ ਨੇ ਕੀਤਾ। ਦੀਪਕ ਬੇਗਮਪੁਰਾ ਨਾਂ ਦਾ ਇੱਕ ਮੇਨ ਸ਼ੂਟਰ ਜੋ ਕਿ ਜੱਸਾ ਹੈਪੋਵਾਲ ਦੇ ਨਾਲ ਸੋਨੂ ਖੱਤਰੀ ਦੇ ਇਹ ਸ਼ੂਟਰ ਦੇ ਵਿੱਚੋਂ ਹੈ। ਇਸ ਵਕਤ ਦੀਪਾ ਬੇਗਮਪੁਰਾ ਜਿਹੜਾ ਜੇਲ੍ਹ ਵਿੱਚ ਦੱਸਿਆ ਜਾਂਦਾ ਹੈ। ਦੀਪਾ ਬੇਗਮਪੁਰਾ ਤੇ ਉਸ ਦੇ ਨਾਲ ਤਕਰੀਬਨ 4-5 ਹੋਰ ਹਮਲਾਵਰ ਗੱਡੀ ਚਾਹੁੰਦੇ ਨੇ ਤੇ ਉਹਨਾਂ ਵੱਲੋਂ ਨਿਸ਼ਾਨਾ ਲਾਇਆ ਜਾਣਾ ਹੁੰਦਾ ਹੈ ਮੱਖਣ ਕੰਗ ਨੂੰ। ਲੇਕਿਨ ਇਸ ਭੁਲੇਖੇ ਦੇ ਵਿੱਚ ਇੱਕ ਹੋਰ ਅਜਿਹਾ NRI
ਜਿਸ ਦਾ ਨਾਂ ਸਨੀ ਦੱਸਿਆ ਜਾਂਦਾ ਹੈ। ਕੈਨੇਡਾ ਤੋਂ ਇਹ ਵਿਅਕਤੀ ਆਇਆ ਸੀ ਤੇ ਇਸ ਦਾ ਕੋਈ ਵੀ ਇਸ ਗੈਂਗ ਵਾਰ ਜਾਂ ਗਰੁੱਪਬਾਜੀ ਦੇ ਨਾਲ ਕੋਈ ਲੈਣਾ ਦੇਣਾ ਨਹੀਂ ਸੀ, ਲੇਕਿਨ ਮੱਖਣ ਕੰਗ ਦੇ ਭੁਲੇਖੇ ਦੇ ਵਿੱਚ ਸਨੀ ਨੂੰ ਟਾਰਗੇਟ ਕੀਤਾ ਗਿਆ, ਉਸ ਉੱਤੇ ਗੋਲੀਆਂ ਚਲਾਤੀਆਂ ਗਈਆਂ। ਸਨੀ ਇਸ ਹਮਲੇ ਦੇ ਵਿੱਚ ਫੱਟੜ ਹੁੰਦਾ ਹੈ, ਲੇਕਿਨ ਉਸ ਦੀ ਜਾਨ ਬਚ ਜਾਂਦੀ ਹੈ। ਇਸ ਤੋਂ ਕੁਝ ਹੀ ਦਿਨ ਬਾਅਦ ਇਹਨਾਂ ਸਾਰੇ ਦੇ ਸਾਰੇ ਜਿਹੜੇ ਹਮਲਾਵਰ ਸਨ ਉਹਨਾਂ ਨੂੰ ਟਾਰਗੇਟ ਕਰਨ ਦੇ ਮਕਸਦ ਦੇ ਨਾਲ ਨਵਾਂਸ਼ਹਿਰ ਪੁਲਿਸ ਨੇ ਮੁਹਿੰਮ ਤੋਰੀ। ਇੱਕ ਐਨਕਾਊਂਟਰ ਕੀਤਾ ਜਾਂਦਾ ਹੈ ਜਿਸ ਵਿੱਚ 2 ਗੈਂਗਸਟਰਾਂ ਨੂੰ ਢੇਰ ਕਰਤਾ ਗਿਆ। ਕੁਝ ਦੇਰ ਬਾਅਦ ਜਾ ਕੇ ਦੀਪਕ ਬੇਗਮਪੁਰਾ ਦੀ ਗ੍ਰਿਫਤਾਰੀ ਹੋਈ। ਦੀਪਕ ਬੇਗਮਪੁਰਾ ਜੋ ਕਿ ਸੋਨੂ ਖੱਤਰੀ ਦਾ ਇਹ ਸ਼ੂਟਰ ਹੈ, ਇਸ ਵਕਤ ਜੇਲ੍ਹ ਦੇ ਵਿੱਚ ਹੈ। 17 ਫਰਵਰੀ 2020 ਨੂੰ ਹੋਣ ਵਾਲੇ ਇਸ ਟੂਰਨਾਮੈਂਟ ਤੋਂ ਇੱਕ ਰਾਤ ਪਹਿਲਾਂ ਗੋਲੀਆਂ ਚੱਲੀਆਂ ਤੇ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਨੇ ਇਸ ਟੂਰਨਾਮੈਂਟ ਨੂੰ ਵੀ ਰੱਦ ਕਰਤਾ, ਕੈਂਸਲ ਕਰਤਾ ਗਿਆ। ਸੋ ਦੋਵੇਂ ਟੂਰਨਾਮੈਂਟ ਨਹੀਂ ਹੋਏ। ਜੇ ਸੋਨੂ ਖੱਤਰੀ ਦਾ ਟੂਰਨਾਮੈਂਟ ਕਿਸੇ ਵੀ ਰਾਜਨੀਤਿਕ ਦਬਾਅ ਦੇ ਚੱਲਦੇ, ਰਾਜਨੀਤਿਕ ਦਬਾਅ ਵੀ ਸੀ ਲੇਕਿਨ ਉਸ ਦੇ ਪਿੱਛੇ ਐਡਮਿਨਿਸਟ੍ਰੇਸ਼ਨ ਤੇ ਪੁਲਿਸ ਦੇ ਆਪਣੇ ਕਾਰਨ ਵੀ ਸਨ। ਜਿਹੜਾ ਪੋਸਟਰ ਜਿਸਦਾ ਮੈਂ ਜ਼ਿਕਰ ਕੀਤਾ, ਜਿਹੜਾ ਮੈਂ ਤੁਹਾਨੂੰ ਦਿਖਾਇਆ ਵੀ ਹੈ, ਉਸ ਪੋਸਟਰ ਦੇ ਵਿੱਚ ਬਹੁਤ ਸੇ ਅਜਿਹੇ ਕ੍ਰਿਮੀਨਲ ਅਨਸਰ ਸਨ। ਇਲਾਕੇ ਦੇ ਵਿੱਚ ਜਿਹੜੇ ਤਸਵੀਰਾਂ, ਜਿਹੜੇ ਪੋਸਟਰ ਚੱਲੇ ਜੋ ਕਿ ਸੋਨੂ ਖੱਤਰੀ ਗੈਂਗ ਵੱਲੋਂ ਕਰਵਾਇਆ ਜਾਣ ਵਾਲਾ ਇੱਕ ਟੂਰਨਾਮੈਂਟ ਸੀ, ਉਸ ਦੇ ਉੱਤੇ ਬਹੁਤ ਅਜਿਹੇ ਕ੍ਰਿਮੀਨਲਸ ਦੀਆਂ ਤਸਵੀਰਾਂ ਸਨ ਜਿਸ ਉੱਤੇ ਪ੍ਰਸ਼ਾਸਨ ਨੇ ਇਤਰਾਜ਼ ਜ਼ਾਹਰ ਕਰਦਿਆਂ ਹੋਇਆਂ 7 ਫਰਵਰੀ ਦੇ ਉਸ ਟੂਰਨਾਮੈਂਟ ਨੂੰ ਰੱਦ ਕੀਤਾ ਸੀ, ਜਿਸ ਨੂੰ ਸੋਨੂ ਖੱਤਰੀ ਅੰਗਦ ਸਿੰਘ ਦੀ ਪੋਲੀਟੀਕਲ ਇੰਟਰਫੇਰੈਂਸ ਮੰਨਦਾ ਹੈ। ਐਡਮਿਨਿਸਟ੍ਰੇਸ਼ਨ ਕੋਲ, ਪੁਲਿਸ ਕੋਲ ਇੱਕ ਆਧਾਰ ਸੀ, ਲੇਕਿਨ ਕਿਉਂਕਿ 17 ਫਰਵਰੀ ਦੇ ਟੂਰਨਾਮੈਂਟ ਤੋਂ ਇੱਕ ਰਾਤ ਪਹਿਲਾਂ ਗੋਲੀਆਂ ਚੱਲ ਗਈਆਂ, 17 ਫਰਵਰੀ ਦਾ ਉਹ ਟੂਰਨਾਮੈਂਟ ਵੀ ਨਹੀਂ ਹੋ ਪਾਇਆ ਜਿਸ ਵਿੱਚ ਸਿੱਧੂ ਮੂਸੇਵਾਲਾ ਨੇ ਆ ਕੇ ਪਰਫਾਰਮ ਕਰਨਾ ਸੀ। ਸੋ ਠੀਕ ਉਸੇ ਤਰੀਕੇ ਨਾਲ ਜਿਵੇਂ ਕਿ ਭਾਗੋ ਮਾਜਰਾ ਦੇ ਟੂਰਨਾਮੈਂਟ ਨੂੰ ਇੱਕ ਟਰਨਿੰਗ ਪੁਆਇੰਟ ਮੰਨਿਆ ਜਾਂਦਾ ਹੈ, ਸਿੱਧੂ ਮੂਸੇਵਾਲਾ ਤੇ ਲਾਰੈਂਸ ਬਿਸ਼ਨੋਈ ਦੀ ਬੀਫ ਜਿਸ ਉੱਤੇ ਆਪਾਂ ਇੱਕ ਰਿਪੋਰਟ ਵੀ ਬਣਾਈ, ਉਸੇ ਤਰੀਕੇ ਦੇ ਨਾਲ ਇਹ 2 ਟੂਰਨਾਮੈਂਟ ਜੋ ਕਿ ਹੋ ਨਹੀਂ ਪਾਏ, ਨਾ ਹੋਣ ਵਾਲੇ ਇਹ 2 ਟੂਰਨਾਮੈਂਟ ਮੋਨੋਵਾਲੀਆ ਗੈਂਗ ਜੋ ਕਿ ਪਹਿਲਾਂ ਹੀ ਦਫਾੜ ਹੋ ਚੁੱਕਿਆ ਸੀ, ਉਹਨਾਂ ਦੇ ਵਿੱਚ ਇੱਕ ਕੱਟੜ ਦੁਸ਼ਮਣੀ ਦਾ ਜਿਹੜਾ ਕਾਰਨ ਬਣ ਗਏ। ਜਿਸ ਤੋਂ ਬਾਅਦ ਅਗਲੀ ਸੀਰੀਜ਼ ਦੇ ਵਿੱਚ, ਜਿਵੇਂ ਕਿ ਮੈਂ ਪਹਿਲਾਂ ਗੱਲ ਕੀਤੀ ਆਪਣੀ ਪਿਛਲੀ ਰਿਪੋਰਟ ਦੇ ਵਿੱਚ ਮੈਂ ਜ਼ਿਕਰ ਕਰ ਚੁੱਕਾ ਹਾਂ, ਵੇਰਵੇ ਦੇ ਚੁੱਕਾ ਹਾਂ, ਲਖਵਿੰਦਰ ਹੀਮਾ ਦੇ ਘਰ ਦੇ ਉੱਤੇ ਟਾਰਗੇਟ ਕੀਤਾ ਜਾਂਦਾ ਹੈ। ਸੁਰਜੀਤ ਕੂਨਰ, ਜਿਸ ਦੀ ਤਸਵੀਰ ਮੈਂ ਪਿਛਲੀ ਆਪਣੀ ਰਿਪੋਰਟ ਵਿੱਚ ਨਹੀਂ ਦਿੱਤੀ ਸੀ, ਸੁਰਜੀਤ ਕੂਨਰ ਵੱਲੋਂ, ਜੋ ਕਿ ਕਈ ਸਾਲ ਬਾਅਦ ਯਾਨੀ ਕਿ 2009-10 ਤੋਂ ਬਾਅਦ 2021 ਦੇ ਵਿੱਚ ਵਾਪਸ ਆਉਂਦਾ ਹੈ। 2020 ਦੇ ਕਬੱਡੀ ਟੂਰਨਾਮੈਂਟ ਦੀ ਆਪਾਂ ਜ਼ਿਕਰ ਕਰਦੇ ਪਏ, 2021 ਦੇ ਵਿੱਚ ਇੱਕ ਹਮਲਾ ਕੀਤਾ ਜਾਂਦਾ ਹੈ ਬੰਗਾ ਦੇ ਨੇੜੇ ਪਿੰਡ ਹੀਮਾ, ਜਿੱਥੋਂ ਦਾ ਰਹਿਣ ਵਾਲਾ ਲਖਵਿੰਦਰ ਮਟਰੂ, ਉਸ ਉੱਤੇ ਹੋਏ ਹਮਲੇ ਦੀ ਜਵਾਬੀ ਕਾਰਵਾਈ ਦੇ ਵਿੱਚ ਸੁਰਜੀਤ ਕੂਨਰ ਮਾਰਿਆ ਗਿਆ। ਅਗਲੇ ਸਾਲ ਮਾਰਚ 2022 ਜਦ ਤੱਕ ਅੰਗਦ ਸਿੰਘ, ਕਿਉਂਕਿ ਉਹਨਾਂ ਨੂੰ ਟਿਕਟ ਨਹੀਂ ਮਿਲੀ, ਉਹ ਵਿਧਾਇਕ ਦੁਬਾਰਾ ਚੁਣ ਕੇ ਨਹੀਂ ਆਏ, ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਆ ਚੁੱਕੀ ਸੀ। ਹਮਲਾ ਹੁੰਦਾ ਹੈ ਮਾਰਚ 2022 ਦੇ ਵਿੱਚ, ਉਹ ਮੱਖਣ ਕੰਗ ਜੋ ਕਿ ਕਾਫੀ ਕਰੀਬੀ ਸੀ ਅੰਗਦ ਸਿੰਘ ਦਾ, ਉਸ ਦਾ ਵੀ ਕਤਲ ਕਰਤਾ ਜਾਂਦਾ ਹੈ। ਇਹ ਬੀਫ ਜਿਹੜਾ ਹੈ, ਆਪਸ ਦਾ ਜਿਹੜਾ ਰੌਲਾ, ਮੋਨੋਵਾਲੀਆ ਗੈਂਗਸ ਦੁਪਾੜ ਹੁੰਦਾ ਹੈ, ਆਪਸ ਦੇ ਵਿੱਚ ਵੱਖਰੇਵੇਂ ਹੁੰਦੇ ਨੇ। ਇਸ ਵਕਤ ਸੋਨੂ ਖੱਤਰੀ ਤੇ ਸੁਖਜਿੰਦਰ ਬਾਬਾ ਆਮੋ ਸਾਹਮਣੇ ਖੜੇ ਨੇ ਤੇ ਇੱਕ ਦੂਸਰੇ ਦੇ ਖੂਨ ਦੇ ਪਿਆਸੇ ਹੈਗੇ ਨੇ। ਇਹ ਪੂਰੀ ਦੀ ਪੂਰੀ ਗੱਲਬਾਤ, ਇਹ ਪੂਰੀ ਦੀ ਪੂਰੀ ਲੜਾਈ ਉਹੀ ਚੱਲਦੀ ਆ ਰਹੀ ਹੈ। ਪਹਿਲਾਂ ਕਿਸੇ ਸਮੇਂ ਮੋਨੋਵਾਲੀਆ ਵਰਸਸ ਨਵਾਂਸ਼ਹਿਰੀਆ ਗੈਂਗ ਹੋਇਆ ਕਰਦਾ ਸੀ, ਲੇਕਿਨ ਅੱਜ ਸੋਨੂ ਖੱਤਰੀ ਵਰਸਸ ਸੁਖਜਿੰਦਰ ਬਾਬਾ ਹੈ ਤੇ ਇਹ ਲੜਾਈ ਸਿਰਫ ਨਵਾਂਸ਼ਹਿਰ, ਬਲਾਚੌਰ, ਇਹਨਾਂ ਪਿੰਡਾਂ, ਮੋਨੋਵਾਲ, ਇਹਨਾਂ ਪਿੰਡਾਂ ਦੀ ਹੱਦਾਂ ਤੱਕ ਨਹੀਂ ਰਹੀ ਹੈ, ਬਲਕਿ ਹੁਣ ਵਿਦੇਸ਼ਾਂ ਦੇ ਵਿੱਚ ਬੈਠ ਕੇ ਆਪਾਂ ਜ਼ਿਕਰ ਕੀਤਾ ਕਿ ਕਬੱਡੀ ਦੇ ਵਿੱਚ ਲੱਗਣ ਵਾਲਾ ਪੈਸਾ, ਕਿੰਨੀ ਹੈਵੀ ਫੰਡਿੰਗ ਜਿਹੜਾ ਨਾ ਟੂਰਨਾਮੈਂਟਸ ਨੂੰ ਆਯੋਜਿਤ ਕਰਨ ਲਈ ਵਿਦੇਸ਼ਾਂ ਤੋਂ ਆਉਂਦੀ ਹੈ। ਮਕਸਦ ਇਸ ਦਾ ਚੰਗਾ ਹੁੰਦਾ ਹੈ, ਕਬੱਡੀ ਦੇ ਟੂਰਨਾਮੈਂਟ ਕਰਾਣੇ ਹੁੰਦੇ ਨੇ, ਲੇਕਿਨ ਜਿਹੜੇ ਲੋਕ ਇਨਵੋਲਵ ਨੇ, ਜਿਨ੍ਹਾਂ ਦੀਆਂ ਤਸਵੀਰਾਂ ਪੋਸਟਰਾਂ ਦੇ ਉੱਤੇ ਲੱਗਦੀਆਂ ਨੇ, ਉਹ ਕ੍ਰਿਮੀਨਲਸ ਹੈਗੇ ਨੇ। ਵਿਦੇਸ਼ਾਂ ਦੇ ਵਿੱਚ ਬੈਠ ਕੇ ਵੀ ਕਈ ਪੁੱਠੇ ਸਿੱਧੇ ਗੋਰਖ ਧੰਦੇ ਚਲਾਉਣ ਵਾਲੇ ਇਹ ਲੋਕ ਫੰਡਿੰਗ ਕਰਦੇ ਨੇ ਤਾਂ ਜਾ ਕੇ ਕਬੱਡੀ ਦੇ ਟੂਰਨਾਮੈਂਟ ਆਯੋਜਿਤ ਕੀਤੇ ਜਾਂਦੇ ਨੇ, ਕਰਵਾਏ ਜਾਂਦੇ ਨੇ। ਸੋ ਗਲਤ ਜਿਹੜਾ ਪੈਸਾ ਹੈ ਕਿ ਉਹ ਕਬੱਡੀ ਟੂਰਨਾਮੈਂਟ ਦੇ ਵਿੱਚ ਆ ਰਿਹਾ ਹੈ। ਐਨਆਰਆਈਜ਼ ਵੱਲੋਂ ਭੇਜੀ ਜਾਣ ਵਾਲੀ ਸਾਰੀਆਂ ਰਿਮਿਟੈਂਸਿਸ ਜਾਂ ਕਿਸੇ ਟੂਰਨਾਮੈਂਟ ਨੂੰ ਫੰਡ ਕੀਤੇ ਜਾਣ ਵਾਲਾ ਪੈਸਾ ਕੀ ਕਲੀਨ ਮਨੀ ਹੈ, ਇੱਕ ਬੜਾ ਵੱਡਾ ਸਵਾਲ ਹੈ। ਲੇਕਿਨ ਅਗਲੀ ਰਿਪੋਰਟ ਬਹੁਤ ਇੰਪੋਰਟੈਂਟ ਤੇ ਕ੍ਰਿਟੀਕਲ ਰਿਪੋਰਟ ਹੈ। ਉਸ ਰਿਪੋਰਟ ਦੇ ਵਿੱਚ ਆਪਾਂ ਫਰਜ਼ੀ ਪਛਾਣਾ ਉੱਤੇ ਪਿਛਲੇ ਕੁਝ ਸਾਲਾਂ, ਮੈਂ 1.5 ਸਾਲ ਦੀ ਗੱਲ ਕਰ ਰਿਹਾ, ਮੈਂ ਕੋਈ 1-2 ਦਹਾਕੇ ਦੀ ਗੱਲ ਨਹੀਂ ਕਰਾਂਗਾ, ਮੈਂ 1.5 ਸਾਲ ਦੇ ਵਿੱਚ ਕਿਹੜੇ ਵੱਡੇ ਵੱਡੇ ਕ੍ਰਿਮੀਨਲ ਗੈਂਗਸਟਰ ਜਾ ਕੇ ਅਮਰੀਕਾ ਦੇ ਵਿੱਚ ਬੈਠੇ ਨੇ, ਆਪਣੀ ਪਿਛਲੀ ਰਿਪੋਰਟ ਵਿੱਚ ਵੀ ਜ਼ਿਕਰ ਕੀਤਾ ਸੀ। ਅਗਲੀ ਰਿਪੋਰਟ ਉਸ ਉੱਤੇ ਆਧਾਰਿਤ ਰੱਖਾਂਗੇ। ਬਹੁਤ ਬਹੁਤ ਸ਼ੁਕਰੀਆ। ਕੋਈ ਹੋਰ ਸੁਝਾਅ ਹੋਵੇ, ਕੋਈ ਕਮੈਂਟ, ਟਿੱਪਣੀ, ਫੀਡਬੈਕ ਹੋਵੇ, ਤੁਸੀਂ ਜ਼ਰੂਰ ਕਮੈਂਟ ਸੈਕਸ਼ਨ ਦੇ ਵਿੱਚ ਲਿਖੋ। ਇਸ ਰਿਪੋਰਟ ਨੂੰ ਵੇਖਣ ਲਈ ਸ਼ੁਕਰੀਆ। ਅਗਲੀ ਰਿਪੋਰਟ ਦੇ ਇੰਤਜ਼ਾਰ ਵਿੱਚ ਰਹੋ।